ਡੀਜੀਪੀ ਦਾ ਬਿਆਨ ਸੀ ਨਾ ਮਿਸਟਰ ਦਿਨਕਰ ਗੁਪਤਾ ਦਾ, ਬਹੁਤ ਡੇਂਜਰਸ, ਬਹੁਤ ਮਿਸਚੀਵੀਅਸ ਬਿਆਨ ਸੀਗਾ, ਬਹੁਤ ਸ਼ਰਾਰਤੀ ਬਿਆਨ ਸੀਗਾ। ਜਿਹੋ ਜਿਹੇ ਤੁਸੀਂ ਅੱਜ ਕੱਲ੍ਹ ਮੁੱਦੇ ਚੁੱਕ ਰਹੇ ਹੋ, ਪਹਿਲਾਂ ਤੁਸੀਂ ਯੂਆਪਾ ਦੇ ਪਿੱਛੇ ਪਏ ਸੀ, ਹੁਣ ਤੁਸੀਂ ਇਹ ਮੁੱਦਾ ਚੁੱਕਿਆ। ਕਾਂਗਰਸ ਕਹਿ ਰਹੀ ਹੈ ਕਿ ਖਹਿਰਾ ਨੂੰ ਨਵਾਂ ਚਾਅ ਚੜਿਆ ਜਿਹੜਾ ਐਨਆਰਆਈਆਂ ਨੂੰ ਖੁਸ਼ ਕਰਨ ਦਾ, ਖਾਲਿਸਤਾਨੀ ਨੂੰ ਖੁਸ਼ ਕਰਨ ਦਾ। ਮੇਰਾ ਮਕਸਦ, ਸਾਡਾ ਮਕਸਦ ਬੇਇਨਸਾਫੀ ਦੇ ਖਿਲਾਫ ਲੜਾਈ, ਚਾਹੇ ਉਹ ਅਰਵਿੰਦਰ ਭਲਵਾਨ ਦੀ ਲੜਾਈ ਹੈ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਹੈ, ਚਾਹੇ ਉਹ ਹੁਣ ਯੂਆਪਾ ਦੀ ਲੜਾਈ ਆ, ਚਾਹੇ ਸ਼ਰਾਬ ਮਾਫੀਆ ਦੀ ਲੜਾਈ ਆ। ਤੁਹਾਡੇ ਬਾਰੇ ਕਿਹਾ ਜਾਂਦਾ ਕਿ ਮੁੱਦੇ ਚੁੱਕ ਲੈਂਦੇ ਆ, ਕਿਸੇ ਸਾਈਡ ਤੇ ਨਹੀਂ ਲੱਗਦੇ। ਅਰਵਿੰਦਰ ਭਲਵਾਨ ਦੀ ਤੁਸੀਂ ਮੰਗ ਕੀਤੀ ਸੀ, ਯੂਆਪਾ ਬਾਰੇ ਬਾਅਦ ਤੁਸੀਂ ਕੀਤਾ, ਕਿਸੇ ਬੰਨੇ ਲੱਗਾ ਕੁਛ? ਕੌਣ ਕਹਿੰਦੇ ਨੇ ਕਿ ਕਿਸੇ ਪਾਸੇ ਨਹੀਂ ਲੱਗਦੇ? ਇਹ ਸਾਰਾ ਐਵੇਂ ਫਰਾਡ ਕਰ ਰਹੇ ਨੇ। ਔਰ ਅਮਰਿੰਦਰ ਸਿੰਘ ਮੈਂ ਸਮਝਦਾ ਐਕਚੁਅਲੀ ਆਪ ਅਕਾਊਂਟੇਬਲ ਆ। ਇਹ ਚੀਫ ਮਿਨਿਸਟਰ ਆ, ਇਹ ਐਕਸਾਈਜ਼ ਮਿਨਿਸਟਰ ਆ, ਇਹ ਹੋਮ ਮਿਨਿਸਟਰ ਆ। ਕੈਪਟਨ ਅਮਰਿੰਦਰ ਨੂੰ ਔਰ ਅਮਰਿੰਦਰ ਸਿੰਘ ਨੂੰ ਕਿਉਂ ਨਹੀਂ ਦਿਸਦਾ? ਔਰ ਇਹ ਜਦੋਂ ਦੌਰਾ ਕਰਨਗੇ ਇਹ ਨਾਲ ਲੈ ਕੇ ਗਏ ਉਹਨਾਂ ਗੁਨਾਹਗਾਰਾਂ ਨੂੰ, ਤਾਂ ਕਿ ਕਮਿਸ਼ਨਰ ਜਲੰਧਰ ਜਿਹਦੇ ਕੋਲ ਇਨਕੁਆਇਰੀ ਉਹਨੂੰ ਸੁਣਿਆ ਦੇ ਦਿਆਂ ਮੈਂ ਚੰਗੀ ਤਰ੍ਹਾਂ ਵੀ ਖਬਰਦਾਰ ਜੇ ਇਹਦੇ ਖਿਲਾਫ ਕੋਈ ਕਾਰਵਾਈ ਕੀਤੀ। ਅਕਾਲੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਧਰਨੇ ਕਿਹੜੀ ਗੱਲ ਤੇ ਮਾਰ ਰਹੇ ਹੋ? ਆ ਤੁਹਾਡਾ ਕੀ ਖਿਆਲ ਹੈ ਕਿ ਮਾਫੀਆ ਕੱਲ੍ਹ ਪਰਸੋਂ ਪੈਦਾ ਹੋਇਆ? ਇਹ ਤੁਹਾਡੀ ਦੇਣ ਆ। ਹੁਣ ਕੁਛ ਜ਼ਿੰਮੇਵਾਰੀ ਵੋਟਰ ਦੀ ਵੀ ਆ। ਵੋਟਰ ਵੀ ਤਾਂ ਪਹਿਚਾਨੇ ਨਾ ਕਿ ਮੈਂ ਵੋਟ ਕਿਹਨੂੰ ਪਾਉਣ ਚੱਲਿਆ ਵਾਂ। ਤੇ ਜਿਹੜੇ ਬੰਦੇ 3-4 ਇਕੱਠੇ ਹੁੰਦੇ ਵੀ ਆ, ਜਿਹੜਾ ਤੀਜਾ ਮੋਰਚਾ ਕਹਿੰਦੇ ਬਣਾਉਣਾ, ਉਹ ਵੀ ਆਪਸ ਵਿੱਚ ਹੀ ਬਾਅਦ 'ਚ ਖਿੰਡ ਜਾਂਦੇ ਆ, ਤੇ ਲੋਕ ਵੀ ਕੀ ਕਰਨ? ਨਵਜੋਤ ਸਿੰਘ ਸਿੱਧੂ ਜਾਂ ਉਹ ਪ੍ਰਗਟ ਸਿੰਘ ਵਰਗੇ, ਈਵਨ ਸਾਡੇ ਨਾਲ ਜਿਹੜੇ MLAs ਕੰਮ ਕਰ ਰਹੇ ਨੇ, ਡਾਕਟਰ ਗਾਂਧੀ ਹੈ, ਛੋਟੇਪੁਰ ਸਾਹਿਬ ਨੇ। ਆਮ ਆਦਮੀ ਪਾਰਟੀ ਨੇ ਆਪਣਾ ਢਾਂਚਾ ਭੰਗ ਕਰਤਾ ਪੰਜਾਬ 'ਚ, ਕਿਵੇਂ ਦੇਖਦੇ ਫੈਸਲੇ ਨੂੰ? ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਬਹੁਤ ਵੱਡੇ ਮੁੱਦੇ ਹਾਵੀ ਹੋਏ ਨੇ, ਸੁਖਪਾਲ ਸਿੰਘ ਖਹਿਰਾ ਅੱਜ ਇੱਕ ਨਵੀਂ ਮੰਗ ਲੈ ਕੇ ਆਏ ਨੇ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦੇ ਲਈ। ਖਹਿਰਾ ਸਾਹਿਬ ਸਾਡੇ ਨਾਲ ਮੌਜੂਦ ਨੇ। ਕਿਉਂ ਲੋੜ ਪੈ ਗਈ ਚਿੱਠੀ ਲਿਖਣ ਦੀ? ਦੇਖੋ, ਮੈਂ ਕਾਫੀ ਦੇਰ ਅਸੀਂ ਇੰਤਜ਼ਾਰ ਕੀਤਾ, ਕਿਉਂਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਸੀਗਾ ਇਹ 29 ਜੂਨ ਦਾ ਖੋਲ੍ਹਿਆ ਹੋਇਆ। ਸੋ ਆਲਮੋਸਟ 1.5 ਮਹੀਨਾ ਹੋ ਗਿਆ। ਅਸੀਂ ਸੋਚ ਰਹੇ ਸੀਗੇ ਕਿ ਸਾਡੇ ਵਾਲੀ ਜਿਹੜੀ ਸਰਕਾਰ ਆ, ਪ੍ਰਾਈਮ ਮਿਨਿਸਟਰ ਸਾਹਿਬ ਜਾਂ ਗਵਰਨਮੈਂਟ ਆਫ ਇੰਡੀਆ ਇਸ ਕੋਰੀਡੋਰ ਨੂੰ ਖੋਲ੍ਹ ਦੇਵੇਗੀ। ਜਦੋਂ ਹੁਣ 1.5 ਮਹੀਨੇ ਤੋਂ ਨਹੀਂ ਖੋਲ੍ਹਿਆ ਤੇ ਦੁਨੀਆ ਦੇ ਵਿੱਚ ਸਭ ਕੁਝ ਹੀ ਖੋਲ੍ਹ ਦਿੱਤਾ। ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਮੰਦਿਰ ਖੁੱਲ੍ਹ ਗਏ, ਮਸਜਿਦ ਖੁੱਲ੍ਹ ਗਏ, ਧਰਮਸ਼ਾਲਾ ਖੁੱਲ੍ਹ ਗਏ, ਚਰਚ ਖੁੱਲ੍ਹ ਗਏ, ਗੁਰਦੁਆਰਾ ਸਾਹਿਬ ਖੁੱਲ੍ਹ ਗਏ, ਤੇ ਇਕੱਲੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਬੰਦ ਕਰਨ ਦੀ ਕੀ ਤੁਕ ਬਣਦੀ ਹੈ? ਇਸ ਲਈ ਅੱਜ ਅਸੀਂ 5 MLAs ਨੇ ਇਕੱਠੇ ਹੋ ਕੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੱਕ ਪੱਤਰ ਲਿਖਿਆ, ਔਰ ਉਹਦੀ ਕਾਪੀ ਜਿਹੜੀ ਆ ਉਹ ਅਸੀਂ ਚੀਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਕਿ ਤੁਸੀਂ ਵੀ ਹਿੰਮਤ ਕਰੋ, ਚਾਰਾਜੋਈ ਕਰੋ, ਤਾਂ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹ ਜੇ। ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਨਾਲ, ਕਰਤਾਰਪੁਰ ਸਾਹਿਬ ਗੁਰਦੁਆਰਾ ਨਾਲ ਕਰੋੜਾਂ ਅਰਬਾਂ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ, ਜਿਹੜੇ ਗੁਰੂ ਨਾਨਕ ਨਾਮ ਲੇਵਾ ਦੀ ਫਲਸਫੇ ਦੇ ਨਾਲ ਯਕੀਨ ਰੱਖਦੇ ਨੇ। ਇਸ ਲਈ ਅਸੀਂ ਇਹ ਮੰਗ ਉਠਾਈ ਹੈ। ਤੁਸੀਂ ਜਦੋਂ ਬੰਦ ਕਰਨ ਲੱਗੇ ਸੀ, ਤੁਸੀਂ ਉਦੋਂ ਸ਼ੱਕ ਜ਼ਾਹਿਰ ਕੀਤਾ ਸੀ ਵੀ ਕਿਤੇ ਪਰਮਾਨੈਂਟ ਹੀ ਬੰਦ ਨਾ ਕਰ ਦੇਣ। ਤੁਹਾਨੂੰ ਸ਼ੱਕ ਹੈ, ਇਸ ਕਰਕੇ ਚਿੱਠੀ ਲਿਖੀ? ਨਹੀਂ, ਉਹ ਇਸ ਲਈ ਅਸੀਂ ਕੀਤਾ ਸੀਗਾ ਕਿਉਂਕਿ ਜਿਹੜਾ ਡੀਜੀਪੀ ਦਾ ਬਿਆਨ ਸੀ ਨਾ ਮਿਸਟਰ ਦਿਨਕਰ ਗੁਪਤਾ ਦਾ, ਬਹੁਤ ਡੇਂਜਰਸ, ਬਹੁਤ ਮਿਸਚੀਵੀਅਸ ਬਿਆਨ ਸੀਗਾ, ਬਹੁਤ ਸ਼ਰਾਰਤੀ ਬਿਆਨ ਸੀਗਾ ਕਿ ਪਾਕਿਸਤਾਨ ਦੇ ਕੋਰੀਡੋਰ ਤੋਂ ਜਿਹੜੇ ਲੋਕ ਜਾਂਦੇ ਨੇ ਇਹਨਾਂ ਨੂੰ ਪਾਕਿਸਤਾਨ 6 ਘੰਟਿਆਂ ਵਿੱਚ ਅੱਤਵਾਦੀ ਬਣਾ ਕੇ ਵਾਪਸ ਭੇਜ ਸਕਦਾ। ਇਹ ਉਹਨਾਂ ਦੀ ਮਾਨਸਿਕਤਾ ਬੋਲ ਰਹੀ ਸੀ, ਔਰ ਉਹਨਾਂ ਦੀ ਮਾਨਸਿਕਤਾ ਨਹੀਂ ਸੀ ਬੋਲ ਰਹੀ, ਇਹ ਦਿੱਲੀ ਤੱਕ ਏਜੰਸੀਆਂ ਤੇ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਦੀ ਸਰਕਾਰ ਦੀ ਮਾਨਸਿਕਤਾ ਬੋਲ। ਤਾਂ ਕਰਕੇ ਅਸੀਂ ਕੁਐਸਚਨ ਕੀਤਾ ਸੀਗਾ, ਔਰ ਮੈਂ ਸਮਝਦਾ ਕਿ ਉਹ ਜਿਹੜੀ ਗੱਲ ਅਸੀਂ ਕਹੀ ਸੀ ਉਹ ਫਿਰ ਸੱਚ ਨਜ਼ਰ ਆ ਰਹੀ। ਜਦ ਤੱਕ ਨਹੀਂ ਖੋਲ੍ਹਣਗੇ ਉਹਨੂੰ ਬੰਦ ਰੱਖਣ ਦੀ ਕੀ ਤੁਕ ਬਣਦੀ? ਜਦ ਆਪਾਂ ਸੋਸ਼ਲ ਸਾਰੀਆਂ ਐਸਟੈਬਲਿਸ਼ਮੈਂਟਸ, ਵਪਾਰ ਖੋਲ੍ਹਤਾ, ਧਾਰਮਿਕ ਖੋਲ੍ਹਤਾ, ਸਿਆਸੀ ਖੋਲ੍ਹਤਾ, ਇੱਥੋਂ ਤੱਕ ਕਿ ਠੇਕੇ ਵੀ ਖੋਲ੍ਹਤੇ, ਤੇ ਫਿਰ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਬੰਦ ਕਿਉਂ ਰੱਖਿਆ ਹੋਇਆ? ਬਸ ਇੰਨਾ ਸਵਾਲ ਹੈ ਸਾਡਾ। ਜਿਹੋ ਜਿਹੇ ਤੁਸੀਂ ਅੱਜ ਕੱਲ੍ਹ ਮੁੱਦੇ ਚੁੱਕ ਰਹੇ ਹੋ, ਪਹਿਲਾਂ ਤੁਸੀਂ ਯੂਆਪਾ ਦੇ ਪਿੱਛੇ ਪਏ ਸੀ, ਹੁਣ ਤੁਸੀਂ ਇਹ ਮੁੱਦਾ ਚੁੱਕਿਆ। ਕਾਂਗਰਸ ਕਹਿ ਰਹੀ ਹੈ ਕਿ ਖਹਿਰਾ ਨੂੰ ਨਵਾਂ ਚਾਅ ਚੜਿਆ ਜਿਹੜਾ ਐਨਆਰਆਈਆਂ ਨੂੰ ਖੁਸ਼ ਕਰਨ ਦਾ, ਖਾਲਿਸਤਾਨੀ ਨੂੰ ਖੁਸ਼ ਕਰਨ ਦਾ। ਦੇਖੋ, ਮੈਂ ਯੂਆਪਾ ਦੀ ਜਿਹੜੀ ਲੜਾਈ ਸੀ ਨਾ, ਉਹ ਬੇਸਿਕਲੀ ਬੇਗੁਨਾਹ ਲੋਕਾਂ ਨੂੰ ਫਰੇਮ ਕੀਤਾ ਜਾ ਰਿਹਾ ਸੀਗਾ, ਔਰ ਅਸੀਂ ਉਹਦੇ 'ਚ ਕੀ ਕਹਿੰਦੇ ਹੁੰਦੇ ਆ ਕਿ ਸੱਚੇ ਸਾਬਤ ਹੋਏ ਆ। 2 ਬੇਗੁਨਾਹ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਛੱਡਣਾ ਪਿਆ, ਜਿਹਦੇ 'ਚ ਇੱਕ ਮੇਰੇ ਹਲਕੇ ਦਾ ਜੋਗਿੰਦਰ ਸਿੰਘ ਗੁੱਜਰ, ਇੱਕ ਨੌਜਵਾਨ ਮਜੀਠੇ ਹਲਕੇ ਦਾ ਬੋੜੇਵਾਲ ਅਫਗਾਨਾਂ ਦਾ ਪਿੰਡ ਦਾ ਜਸਪ੍ਰੀਤ। ਔਰ ਜਦੋਂ ਅਸੀਂ ਪਿੰਡਾਂ 'ਚ ਗਏ ਹਾਂ ਤੇ ਸਾਨੂੰ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ, ਜ਼ਿੰਮੇਵਾਰ ਲੋਕਾਂ ਨੇ, ਪੰਚਾਇਤਾਂ ਨੇ ਗਵਾਹੀ ਦਿੱਤੀ ਕਿ ਬਿਲਕੁਲ ਬੇਗੁਨਾਹ ਬੰਦੇ ਨੇ ਬੱਚੇ, ਇਹ ਦਲਿਤ ਨੇ, ਇਹ ਗਰੀਬ ਨੇ, ਇਹ ਦਿਹਾੜੀਦਾਰ ਆ, ਔਰ ਇਹ ਸਾਰਾ ਇੱਕ ਸਰਕਾਰ ਦਾ ਇੱਕ ਪੂਰਾ ਵੈਲ ਪਲਾਨ ਡਿਜ਼ਾਈਨ ਦੇ ਤਹਿਤ ਕਿ ਸਭ ਨੂੰ ਬਦਨਾਮ ਕਰ ਦਿਓ, ਪੰਜਾਬ ਦੇ ਵਿੱਚ ਕਹਿ ਦਿਓ, ਔਰ ਹਊਆ ਪੈਦਾ ਕਰੋ ਕਿ ਖਾਲਿਸਤਾਨ ਆ ਰਿਹਾ ਵਾ, 2020 ਆ ਗਿਆ। ਮੈਂ ਇੱਕ ਵਾਰੀ ਨਹੀਂ
ਕੈਟੇਗੋਰਿਕਲੀ ਕਿਹਾ ਕਿ ਨਾ ਅਸੀਂ ਖਾਲਿਸਤਾਨ ਦੀ ਸਪੋਰਟ ਕਰਦੇ, ਨਾ ਅਸੀਂ 2020 ਦੀ ਸਪੋਰਟ ਕਰਦੇ। ਮੇਰਾ ਮਕਸਦ, ਸਾਡਾ ਮਕਸਦ ਬੇਇਨਸਾਫੀ ਦੇ ਖਿਲਾਫ ਲੜਾਈ, ਚਾਹੇ ਉਹ ਅਰਵਿੰਦਰ ਭਲਵਾਨ ਦੀ ਲੜਾਈ ਹੈ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਆ, ਚਾਹੇ ਉਹ ਹੁਣ ਯੋਪਾ ਦੀ ਲੜਾਈ ਆ, ਚਾਹੇ ਸ਼ਰਾਬ ਮਾਫੀਆ ਦੀ ਲੜਾਈ ਆ। ਇਹ ਇੱਕ ਓਪੋਜੀਸ਼ਨ ਵਿੱਚ ਰਹਿੰਦੇ ਆ ਸਾਡੀ ਵੈਸੇ ਹੀ ਨੈਤਿਕ ਜ਼ਿੰਮੇਵਾਰੀ ਆ ਕਿ ਅਸੀਂ ਜਿਹੜਾ ਇੱਕ ਚੌਕੀਦਾਰ ਦਾ ਰੋਲ ਅਦਾ ਕਰੀਏ। ਕਾਂਗਰਸੀ ਕੀ ਕਹਿੰਦੇ ਆ, ਫਲਾਨਾ ਕੀ ਕਹਿੰਦਾ, ਆਈ ਐਮ ਨਾਟ ਕੰਸਰਨਡ। ਪਹਿਲਾਂ ਆਮ ਆਦਮੀ ਪਾਰਟੀ 'ਚ ਤੁਸੀਂ ਰਹੇ ਹੋ, ਤੁਹਾਡੇ ਬਾਰੇ ਕਿਹਾ ਜਾਂਦਾ ਕਿ ਮੁੱਦੇ ਚੁੱਕ ਲੈਂਦੇ ਆ, ਕਿਸੇ ਸਾਈਡ ਤੇ ਨਹੀਂ ਲੱਗਦੇ। ਅਰਵਿੰਦਰ ਭਲਵਾਨ ਦੀ ਤੁਸੀਂ ਮੰਗ ਕੀਤੀ ਸੀ, ਜੋ ਆਪਾਂ ਬਾਰੇ ਬਾਅਦ ਤੁਸੀਂ ਕੀਤਾ, ਕਿਸੇ ਬੰਨੇ ਲੱਗਾ ਕੁਝ? ਕੌਣ ਕਹਿੰਦੇ ਨੇ ਕਿ ਕਿਸੇ ਪਾਸੇ ਨਹੀਂ ਲੱਗਦੇ? ਵਿਰੋਧੀ ਪਾਰਟੀ ਕਹਿੰਦੀ। ਵਿਰੋਧੀ ਚ ਕੋਈ ਕਹਿੰਦਾ ਹੋਊ ਗੱਲ ਹੀ, ਕਾਂਗਰਸੀ ਕੌਣ? ਉਹਨਾਂ ਨੂੰ ਪੁੱਛੋ ਜਿਹੜਾ ਰਾਣਾ ਗੁਰਜੀਤ ਕੌਣ ਸੀਗਾ। ਰਾਣੇ ਗੁਰਜੀਤ ਨੂੰ ਕੈਬਨਿਟ ਵਿੱਚੋਂ ਕਿਉਂ ਕੱਢਿਆ ਗਿਆ? ਕਿਉਂਕਿ ਉਸ ਜਨਤਾ ਦੇ ਸਹਿਯੋਗ ਨਾਲ, ਉਸ ਪਰਮਾਤਮਾ ਦੇ ਆਸ਼ੀਰਵਾਦ ਨਾਲ ਪਹਿਲੀ ਵਾਰ ਹੋਇਆ ਹੋਊਗਾ ਕਿ ਵਿਰੋਧੀ ਧਿਰ ਨੇ ਇੱਕ ਮਿਨਿਸਟਰ ਨੂੰ ਅਸਤੀਫਾ ਦੇਣ ਤੇ ਮਜਬੂਰ ਕਰਾਤਾ। ਉਸ ਤੋਂ ਬਾਅਦ ਯੂਆਪਾ ਅਗੇਨ ਵੀ ਹੈਵ ਅਚੀਵਡ ਆਵਰ ਪਰਪਸ। ਕੁਐਸਚਨ ਇਹ ਨਹੀਂ ਹੁੰਦਾ ਕਿ ਅਸੀਂ ਸਾਰੇ ਕੈਦੀਆਂ ਨੂੰ ਛੁਡਾ ਲਿਆ। ਅਗਰ ਦੋਵਾਂ ਨੂੰ ਵੀ ਸਰਕਾਰ ਨੇ ਛੱਡਿਆ ਤਾਂ ਮਤਲਬ ਸਰਕਾਰ ਦੀ ਜਿਹੜੇ ਉਹ ਦਾਅਵੇ ਸੀ, ਡੀਜੀਪੀ ਦੀ ਪ੍ਰੈਸ ਰਿਲੀਜ਼ ਕਰਦਾ ਜਦੋਂ ਯੂਆਪਾ ਫੜਿਆ ਜਾਂਦਾ ਕਿ ਆਹ ਫਲਾਨਾ ਖਾਲਿਸਤਾਨ ਦਾ ਮੋਡਿਊਲ ਅਸੀਂ ਬਸਟ ਕਰਤਾ। ਕੋਈ ਥਾਣੇ ਦਾ ਡੀਐਸਪੀ ਪ੍ਰੈਸ ਰਿਲੀਜ਼ ਨਹੀਂ ਕਰਦਾ। ਦਿਨਕਰ ਗੁਪਤੇ ਦੀ ਪ੍ਰੈਸ ਰਿਲੀਜ਼ ਦੇ ਵਿੱਚੋਂ ਬੰਦਾ ਛਡਾ ਕੇ ਲੈ ਕੇ ਆਏ ਆ। ਇਹ ਆਪਣੇ ਆਪ ਵਿੱਚ ਅਚੀਵਮੈਂਟ। ਮੈਂ ਇਹਨੂੰ ਕੋਈ ਹੰਕਾਰ ਜਾਂ ਕੋਈ ਇਸ ਨੂੰ ਆਪਣਾ ਕਲੇਮ ਨਹੀਂ ਸਮਝਦਾ, ਮੈਂ ਸਿਰਫ ਆਪਣੀ ਡਿਊਟੀ ਕਰ ਰਿਹਾ ਹਾਂ। ਅਰਵਿੰਦਰ ਭਲਵਾਨ ਦਾ ਕੰਮ ਅਸੀਂ ਬਿਲਕੁਲ ਅੱਗੇ ਵੀ ਪਹਿਲਾਂ ਵੀ ਕੀਤਾ, ਗਾਂ ਵੀ ਲਿਜਾਵਾਂਗੇ। ਹਾਲੇ ਫਿਲਹਾਲ ਉਹਨਾਂ ਦੇ ਪਰਿਵਾਰ ਨੂੰ ਕਾਂਗਰਸ ਨੇ ਇਹ ਕਿਹਾ ਵਾ ਕਿ ਤੁਹਾਨੂੰ ਅਸੀਂ ਆਰਥਿਕ ਸਹਾਇਤਾ ਵੀ ਕਰਾਂਗੇ ਤੇ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ। ਤਾਂ ਉਹਨਾਂ ਨੇ ਕਿਹਾ ਜੀ ਆਪਾਂ ਪੌਜ਼ ਕਰ ਦਈਏ। ਮੈਂ ਕਿਹਾ ਪੌਜ਼ ਕਰ ਦਿਓ, ਰੋਕ ਦਿਓ। ਜਦੋਂ ਮੈਨੂੰ ਪਤਾ ਵਾ ਕਿ ਕਾਂਗਰਸੀਆਂ ਨੇ ਨਾ ਨੌਕਰੀ ਦੇਣੀ ਨਾ ਪੈਸੇ ਦੇਣੇ ਆ, ਜਿੱਦਣ ਉਹ ਕਹਿਣਗੇ ਚੱਕਣਾ ਵਾ ਫੇਰ ਚੱਕ ਦਿਆਂਗੇ। ਇਸ ਲਈ ਮੈਂ ਤਾਂ ਹਮੇਸ਼ਾ ਜਿੰਨੀ ਹੋ ਸਕਦੀ ਆਪਣੀ ਸਮਰੱਥਾ ਨਾਲ ਪੂਰੀ ਲੜਾਈ ਇਮਾਨਦਾਰੀ ਨਾਲ ਲੜੀ ਦੀ। ਇਸ ਵੇਲੇ ਦੇਸ਼ ਦੇ ਵਿੱਚ ਮਾਹੌਲ ਬੜਾ ਅਜੀਬ ਬਣਿਆ ਹੋਇਆ। ਰਾਮ ਮੰਦਿਰ ਦਾ ਉਦਘਾਟਨ ਜਾ ਕੇ ਪ੍ਰਧਾਨ ਮੰਤਰੀ ਕਰਦੇ, ਉੱਥੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਆ। ਕਿਵੇਂ ਦੇਖਦੇ ਇਸ ਮਾਹੌਲ ਨੂੰ? ਉਹ ਤਾਂ ਬਿਲਕੁਲ ਇਤਿਹਾਸ ਨੂੰ ਤਰੋੜਨ ਮਰੋੜਨ ਵਾਲੀ ਗੱਲ ਹੈ ਨਾ। ਔਰ ਐਡਾ ਰਿਸਪੌਂਸਿਬਲ ਆਦਮੀ, ਹੀ ਸ਼ੁੱਡ ਨਾਟ ਕੋਟ ਲਾਈਕ ਦਿਸ, ਦਿਸ ਇਜ਼ ਆਊਟ ਆਫ ਕੰਟੈਕਸਟ। ਔਰ ਇਹ ਤਾਂ ਮੇਰਾ ਇਹ ਕੰਮ ਨਹੀਂਗਾ, ਇਹ ਐਸਜੀਪੀਸੀ, ਸ਼੍ਰੋਮਣੀ ਅਕਾਲੀ ਦਲ, ਇਹ ਉਹਨਾਂ ਨੂੰ ਪੁਆਇੰਟ ਆਊਟ ਕਰਨਾ ਚਾਹੀਦਾ ਸੀ। ਬਲਕਿ ਜੇ ਉਹਨਾਂ ਵਿੱਚ ਜੁਰਤ ਹੁੰਦੀ ਤਾਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਕਿ ਤੁਸੀਂ ਇਸ ਦੀ ਇੱਕ ਕੀ ਕਹਿੰਦੇ ਆ ਕਿ ਕਰੈਕਟਿਵ ਸਟੇਟਮੈਂਟ ਦਿਓ ਕਿ ਜੋ ਮੈਂ ਗੱਲ ਕਹੀ ਆ ਇਹ ਇਤਿਹਾਸ ਵਿੱਚ ਤੁਸੀਂ ਦੱਸੋ ਵੀ ਗੁਰੂ ਗੋਬਿੰਦ ਸਿੰਘ ਜੀ ਰਮਾਇਣ ਲਿਖ ਸਕਦੇ ਸੀਗੇ। ਆਪਣੇ ਆਪ ਵਿੱਚ ਵੈਸੇ ਹੀ ਇੱਕ ਨੌਨ ਫੈਕਚੁਅਲ ਗੱਲ ਹੈਗੀ ਆ। ਦੂਸਰਾ ਮੈਂ ਸਮਝਦਾ ਕਿ ਪ੍ਰਾਈਮ ਮਿਨਿਸਟਰ ਨੂੰ ਐਜ਼ ਪ੍ਰਾਈਮ ਮਿਨਿਸਟਰ ਕਿਸੇ ਵੀ ਮੰਦਿਰ ਦੀ ਉਸਾਰੀ ਵਿੱਚ ਆਪ ਨਹੀਂ ਸੀ ਜਾਣਾ ਚਾਹੁੰਦਾ। ਬੀਜੇਪੀ ਦੇ ਪ੍ਰੈਜ਼ੀਡੈਂਟ ਜੇਪੀ ਨੱਡਾ ਉਹ ਚਲੇ ਜਾਂਦੇ, ਅਕਾਲੀ ਦਲ ਦਾ ਪ੍ਰਧਾਨ ਚਲ ਜਾਂਦਾ, ਜਾਂ ਕੋਈ ਹੋਰ ਤੇਲੁਗੂ ਦੇਸ਼ਮ ਦਾ ਚਲ ਜਾਂਦਾ, ਜਾਂ ਕੋਈ ਹੋਰ ਪਾਰਟੀਆਂ ਦੇ। ਪ੍ਰਾਈਮ ਮਿਨਿਸਟਰ ਐਕਚੁਅਲੀ ਵੀ ਆਰ ਅ ਸੈਕੂਲਰ ਕੰਟਰੀ। ਪ੍ਰਾਈਮ ਮਿਨਿਸਟਰ ਦੀ ਅੱਖ ਵਿੱਚ ਨਾ ਸਾਰੇ ਵਰਗ, ਸਾਰੇ ਧਰਮ ਤੇ ਸਾਰੇ ਫਿਰਕੇ ਇੱਕ ਹੋਣੇ ਚਾਹੀਦੇ ਆ। ਇਹ ਉਹਨਾਂ ਦਾ ਜਾਣਾ ਕੋਈ ਚੰਗੀ ਗੱਲ ਨਹੀਂ ਸੀ। ਮੁੱਦਾ ਇੱਕ ਹੋਰ ਉੱਠਿਆ, ਕਹਿੰਦੇ ਕਿ ਰਾਸ਼ਟਰਪਤੀ ਨੂੰ ਕਿਉਂ ਨਹੀਂ ਬੁਲਾਇਆ ਗਿਆ? ਜੇ ਪ੍ਰਧਾਨ ਮੰਤਰੀ ਚਲੇ ਗਿਆ ਤਾਂ ਰਾਸ਼ਟਰਪਤੀ ਕਿਉਂ ਨਹੀਂ ਸੱਦਿਆ ਗਿਆ? ਕੀ ਉਹ ਦਲਿਤ ਸੀ ਇਸ ਕਰਕੇ? ਇਸ ਸਵਾਲ ਨੂੰ ਕਿਵੇਂ ਦੇਖਦੇ? ਮੇਰਾ ਖਿਆਲ ਹੈ ਕਿ ਉਦਣ ਟੋਟਲ ਇੰਪੋਰਟੈਂਸ ਜਿਹੜੀ ਸੀਗੀ ਉਸ ਹਾਈਲਾਈਟ ਉਹ ਇਕੱਲੇ ਮੋਦੀ ਸਾਹਿਬ ਨੂੰ ਕਰਨਾ ਚਾਹੁੰਦੇ ਸੀ। ਉਹਨਾਂ ਦੀ ਇੱਕ ਪਲੈਨਿੰਗ ਦੇ ਅਧੀਨ ਸਰਕਾਰ ਕਹਿ ਲਓ, ਬੀਜੇਪੀ ਕਹਿ ਲਓ, ਉਹਨਾਂ ਨੇ ਕਿਹਾ ਕਿ ਇਹ ਕੋਈ ਹੋਰ ਦੂਜਾ ਵਿਅਕਤੀ ਉੱਥੇ ਹੋਣਾ ਹੀ ਨਹੀਂ ਚਾਹੀਦਾ, ਸਿਰਫ ਤੇ ਸਿਰਫ ਪ੍ਰਾਈਮ ਮਿਨਿਸਟਰ ਤੇ ਫੋਕਸਡ ਹੋਵੇ। ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਸ਼ਰਾਬ ਕਾਂਡ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ, ਤੁਹਾਨੂੰ ਕੀ ਲੱਗਦਾ ਇਸ ਪਿੱਛੇ ਜ਼ਿੰਮੇਵਾਰ ਕਿਉਂ ਹੈ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਭਾਵੇਂ ਕੋਈ ਕਾਂਗਰਸੀ ਹੋਵੇ ਮੈਂ ਨਹੀਂ ਛੱਡਣਾ। ਕਹਿਣ ਤੇ ਕਰਨ 'ਚ ਬੜਾ ਫਰਕ ਹੁੰਦਾ। ਕੈਪਟਨ ਸਾਹਿਬ ਤਾਂ ਇਹ ਵੀ ਕਹੀ ਜਾਂਦੇ ਮੈਂ ਸਪੈਸ਼ਲ ਪ੍ਰੋਸੀਕਿਊਟਰ ਲਾ ਦੂੰਗਾ। ਮੈਂ ਸਪੈਸ਼ਲ ਕੋਰਟ ਤਾਂ ਸੁਣੀਆਂ ਸੀ ਕਿ ਵਿਸ਼ੇਸ਼ ਅਦਾਲਤਾਂ, ਸਪੈਸ਼ਲ ਪ੍ਰੋਸੀਕਿਊਟਰ ਕੀ ਹੁੰਦਾ ਜੀ? ਪ੍ਰੋਸੀਕਿਊਟਰ ਤਾਂ ਹਰ ਅਦਾਲਤ ਵਿੱਚ ਲੱਗੇ ਹੁੰਦੇ ਆ। ਉਹ ਐਵੇਂ ਨਾ ਲੋਕਾਂ ਦਾ ਧਿਆਨ ਨਾ ਹਟਾਉਣ ਵਾਸਤੇ ਬੇਤੁਕੇ ਜਿਹੇ ਬਿਆਨ ਦੇ ਰਹੇ, ਮੈਂ ਕਤਲ 'ਚ ਪਰਚੇ ਦਰਜ ਕਰ ਦੂੰ। ਕਤਲ ਦਾ ਪਰਚਾ ਕਿੱਦਾਂ ਅਦਾਲਤ ਵਿੱਚ ਸਸਟੇਨ ਹੋ ਜਾਊਗਾ? ਤੁਸੀਂ ਮੌਜੂਦਾ ਕਾਨੂੰਨ ਵਿੱਚ ਸਹੀ ਤਾਕਤਵਰ ਮਾਫੀਆ ਨੂੰ ਫੜ ਲਓ, ਬਸ ਇਹ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਔਰ ਮਾਫੀਆ ਕੌਣ ਹੈ ਉਹ ਸਭ ਇਹਨਾਂ ਨੂੰ ਪਤਾ ਵਾ। ਜੇ ਪੰਜਾਬ ਪੁਲਿਸ ਨੂੰ ਇਹ ਪਤਾ ਵਾ ਕਿ ਖਾਲਿਸਤਾਨ ਦਾ ਮੋਡਿਊਲ ਪਾਕਿਸਤਾਨ 'ਚ ਕੀ ਕਰ ਰਿਹਾ, ਜਾਂ ਜਰਮਨੀ 'ਚ ਕੀ ਕਰ ਰਿਹਾ, ਜਾਂ ਉਹਨਾਂ ਨੇ ਕਿਹੜੇ ਬੰਦੇ ਨੂੰ ਮਾਰਨਾ, ਇਹਨਾਂ ਨੂੰ ਜਿਹੜੇ ਅੱਡੇ ਲਾ ਕੇ ਸ਼ਰਾਬ ਵਿਕਰੀ ਉਹ ਨਹੀਂ ਦਿਸਦੀ ਹੈਗੀ। ਇਹਨਾਂ ਨੂੰ ਅੱਡੇ ਲਾ ਕੇ ਜਿਹੜੀ ਮਾਈਨਿੰਗ ਹੋ ਰਹੀ ਆ, ਵੱਡੀਆਂ ਵੱਡੀਆਂ JCB ਤੇ ਵੱਡੇ ਵੱਡੇ ਟਿੱਪਰ ਫਿਰਦੇ ਨੇ ਗੈਰ ਕਾਨੂੰਨੀ, ਉਹ ਨਹੀਂ ਇਹਨਾਂ ਨੂੰ ਨਜ਼ਰ ਆ ਰਹੇ। ਇਹ ਸਾਰਾ ਐਵੇਂ ਫਰਾਡ ਕਰ ਰਹੇ ਨੇ। ਔਰ ਅਮਰਿੰਦਰ ਸਿੰਘ ਮੈਂ ਸਮਝਦਾ ਐਕਚੁਅਲੀ ਆਪ ਅਕਾਊਂਟੇਬਲ ਆ। ਇਹ ਚੀਫ ਮਿਨਿਸਟਰ ਆ, ਇਹ ਐਕਸਾਈਜ਼ ਮਿਨਿਸਟਰ ਆ, ਇਹ ਹੋਮ ਮਿਨਿਸਟਰ ਆ। ਜਾਂ ਤਾਂ ਦੇਖੋ ਜੀ ਚੀਫ ਮਿਨਿਸਟਰ ਰੋਕ ਸਕਦਾ ਕੋਈ ਗਲਤ ਕਾਰਵਾਈ, ਜਾਂ ਮਹਿਕਮੇ ਦਾ ਵਜ਼ੀਰ ਰੋਕ ਸਕਦਾ, ਜਾਂ ਫਿਰ ਪੁਲਿਸ ਰੋਕ ਸਕਦੀ ਆ। ਇਹ ਤਿੰਨੇ ਹੀ ਗੱਲਾਂ ਅਮਰਿੰਦਰ ਸਿੰਘ ਦੇ ਅਧੀਨ ਆ।
ਤੇ ਕਸੂਰ ਹੋਰਨਾਂ ਲੋਕਾਂ 'ਚ ਕੱਢੀ ਜਾਂਦੇ ਆ ਔਰ ਛੋਟੇ ਛੋਟੇ ਥਾਣੇਦਾਰਾਂ ਨੂੰ ਐਕਸਾਈਜ਼ ਅਫਸਰਾਂ ਨੂੰ ਸਸਪੈਂਡ ਕਰਤਾ। ਇਹ ਬਹੁਤ ਨਾ ਮਾਤਰ ਨਾ ਕਾਫੀ ਕਾਰਵਾਈ ਆ। ਅਸਲ ਜ਼ਿੰਮੇਵਾਰ ਤੁਸੀਂ ਪਿੰਡਾਂ ਜੋ ਮੈਂ ਜਾ ਕੇ ਆਇਆ ਉੱਥੇ ਪੰਡੋਰੀ ਗੋਲਾਂ ਤੇ ਮੁੱਛਲ ਪਿੰਡ 'ਚ ਪਿੰਡਾਂ ਵਾਲੇ ਸ਼ਰੇਆਮ ਕਾਂਗਰਸੀ ਦਾ ਨਾਮ ਲੈਂਦੇ ਨੇ। ਆਹ ਰਾਣਾ ਗੁਰਜੀਤ ਜੀ, ਆਹ ਸਿੱਕੀ ਦੇ ਬੰਦੇ ਆ ਜੀ, ਸ਼ਰੇਆਮ। ਮਤਲਬ ਜੇ ਸਾਨੂੰ ਸੁਣਦਾ ਵਾ, ਪਿੰਡ ਵਾਲਿਆਂ ਨੂੰ ਸੁਣਦਾ ਵਾ, ਦਿਸਦਾ ਵਾ, ਮੀਡੀਆ ਨੂੰ ਦਿਸਦਾ, ਕੈਪਟਨ ਅਮਰਿੰਦਰ ਨੂੰ ਔਰ ਅਮਰਿੰਦਰ ਸਿੰਘ ਨੂੰ ਕਿਉਂ ਨਹੀਂ ਦਿਸਦਾ? ਔਰ ਇਹ ਜਦੋਂ ਦੌਰਾ ਕਰਨਗੇ ਇਹ ਨਾਲ ਲੈ ਕੇ ਗਏ ਉਹਨਾਂ ਗੁਨਾਹਗਾਰਾਂ ਨੂੰ, ਤਾਂ ਕਿ ਕਮਿਸ਼ਨਰ ਜਲੰਧਰ ਜਿਹਦੇ ਕੋਲ ਇਨਕੁਆਇਰੀ ਉਹਨੂੰ ਸੁਣਿਆ ਦੇ ਦਿਆਂ ਮੈਂ ਚੰਗੀ ਤਰ੍ਹਾਂ ਵੀ ਖਬਰਦਾਰ ਜੇ ਇਹਦੇ ਖਿਲਾਫ ਕੋਈ ਕਾਰਵਾਈ ਕੀਤੀ। ਇਟ ਇਜ਼ ਆਲ ਫਰਾਡ ਐਕਚੁਅਲੀ, ਔਰ ਇਹਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ। ਹਜ਼ਾਰਾਂ ਕਰੋੜਾਂ ਰੁਪਏ ਦਾ ਵਪਾਰ ਹੈ ਇਹ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਇਹ ਕੋਈ ਛੋਟੇ ਵਪਾਰ ਨਹੀਂ ਗਏ। ਇਹ ਸਾਰਾ ਪੈਸਾ ਜਦੋਂ ਮਾਫੀਆ ਦੀ ਜੇਬ 'ਚ ਜਾਂਦਾ, ਖਜ਼ਾਨੇ 'ਚ ਨਹੀਂ ਜਾਂਦਾ, ਉਹਦਾ ਖਮਿਆਜ਼ਾ ਆਮ ਨਾਗਰਿਕ, ਉਹਨੂੰ ਜੋ ਚੰਗੀ ਪੜ੍ਹਾਈ ਨਹੀਂ ਮਿਲਦੀ, ਚੰਗੀ ਸੜਕ ਨਹੀਂ ਮਿਲਦੀ, ਚੰਗਾ ਇਲਾਜ ਨਹੀਂ ਮਿਲਦਾ, ਨੌਕਰੀ ਨਹੀਂ ਮਿਲਦੀ, ਤਾਂ ਹੀ ਉਹ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ। ਇਹ ਅਮਰਿੰਦਰ ਸਿੰਘ ਦੀ ਤੁਸੀਂ ਦੇਖੋ, ਲੈਬਨਾਨ ਦੇ ਵਿੱਚ ਬੈਰੂਤ ਵਿੱਚ ਇੱਕ ਹਾਦਸਾ ਹੋਇਆ ਆਪਣੇ ਵਰਗਾ, ਹਾਲਾਂਕਿ ਉੱਥੇ ਕੀ ਕਹਿੰਦੇ ਟੈਕਨੀਕਲ ਗਰਾਊਂਡਸ ਦੇ ਉੱਤੇ ਬਲਾਸਟ ਹੋਇਆ। ਅੱਜ ਸਾਰੀ ਬੈਰੂਤ ਦੀ ਸਰਕਾਰ ਨੇ, ਸਾਰੀ ਲੈਬਨਾਨ ਦੀ ਪ੍ਰਾਈਮ ਮਿਨਿਸਟਰ, ਸਾਰੀ ਕੈਬਨਿਟ ਨੇ ਇਸਤੀਫਾ ਦਿੱਤਾ। ਕੈਪਟਨ ਸਾਹਿਬ ਤਾਂ ਢੀਠ ਬਣੇ ਹੋਏ ਨੇ, ਅਸੂਲਨ। ਇਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਤੇ ਕਾਰਵਾਈ ਕਰਨੀ ਚਾਹੀਦੀ ਹੈ, ਅਮਰਿੰਦਰ ਸਿੰਘ ਨੂੰ ਆਪਣੇ ਆਪ ਤੇ ਫਿਰ ਥੱਲੇ ਨੂੰ ਜਿਹੜੇ ਵੱਡੇ ਵੱਡੇ ਕਾਂਗਰਸੀ ਲੀਡਰ ਨੇ। ਔਰ ਅਕਾਲੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਧਰਨੇ ਕਿਹੜੀ ਗੱਲ ਤੇ ਮਾਰ ਰਹੇ ਹੋ? ਤੁਹਾਡਾ ਕੀ ਖਿਆਲ ਹੈ ਕਿ ਮਾਫੀਆ ਕੱਲ੍ਹ ਪਰਸੋਂ ਪੈਦਾ ਹੋਇਆ? ਇਹ ਤੁਹਾਡੀ ਦੇਣ ਆ। ਸ਼ਰਾਬ ਮਾਫੀਆ, ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ, ਇਹ ਸਾਰੀ ਅਕਾਲੀਆਂ ਦੇ 10 ਸਾਲ ਦੇ ਰਾਜ ਵਿੱਚ ਪੂਰਾ ਟਿਕਾ ਕੇ ਕੰਮ ਕੀਤਾ ਇਹਨਾਂ ਨੇ। ਅੰਤਰ ਸਿਰਫ ਇਹ ਹੈ ਕਿ ਅਕਾਲੀ ਪਿੱਛੇ ਹੋ ਗਏ ਨੇ ਤੇ ਕਾਂਗਰਸੀ ਮੋਹਰੇ ਆ ਗਿਆ, ਕਿਉਂਕਿ ਰਾਜ ਇਹਨਾਂ ਦਾ ਬਣ ਗਿਆ ਵਾ। ਮਾਫੀਆ ਉਹੀ ਆ, ਉਹ ਜਦੋਂ ਅਕਾਲੀਆਂ ਦਾ ਰਾਜ ਆਉਂਦਾ ਉਹਨਾਂ ਨੂੰ ਮੋਹਰੇ ਕਰ ਦਿੰਦਾ, ਆਗੂਆਂ ਨੂੰ ਉਹਨਾਂ ਨਾਲ ਭਾਈਵਾਲਤਾ ਕਰ ਲੈਂਦਾ। ਹੁਣ ਕਾਂਗਰਸ ਦਾ ਰਾਜ ਹੈ ਤੇ ਕਾਂਗਰਸੀਆਂ ਨੂੰ ਭਾਈਵਾਲਤਾ ਦਿੱਤੀ ਹੈ। ਦੈਟ ਇਜ਼ ਆਲ। ਖੈਰ ਸਾਹਿਬ, ਪੰਜਾਬੀ ਹੋਣ ਦੇ ਨਾਤੇ ਸਵਾਲ ਪੁੱਛਣਾ ਚਾਹੁੰਦਾ, ਜਿਹੜੇ ਲੀਡਰ ਨੇ ਉਹਨਾਂ ਦੀ ਭਰੋਸੇਯੋਗਤਾ ਬੜੀ ਖਤਮ ਹੋ ਗਈ। ਜਿਵੇਂ ਕਿਹਾ ਤੁਸੀਂ ਕਿ ਸੀਐਮ ਨੇ ਕਹਿ ਦਿੱਤਾ ਮੈਂ ਨਹੀਂ ਛੱਡਦਾ, ਪਰ ਕਰਨਾ ਉਹਨਾਂ ਨੇ ਕੁਝ ਨਹੀਂ। ਫਿਰ ਪੰਜਾਬ ਦਾ ਬਣੂਗਾ ਕੀ ਇਸ ਹਿਸਾਬ ਨਾਲ? ਕਿਉਂਕਿ ਲੀਡਰ ਤਾਂ ਉਹੀ 2-4 ਨੇ ਜਿਨ੍ਹਾਂ ਨੇ ਵਾਰੀ-ਵਾਰੀ ਅੱਗੇ ਆਉਣਾ। ਫਿਰ ਕਿਵੇਂ ਪੰਜਾਬ ਇਸ ਵੇਲੇ ਤਾਂ ਹਾਲਾਤ ਪੰਜਾਬ ਦੇ ਵਿੱਚ ਬਹੁਤ ਵੱਡਾ ਲੀਡਰਸ਼ਿਪ ਕ੍ਰਾਈਸਿਸ ਆ, ਕਿਉਂਕਿ ਜਿਹੜੇ ਲੀਡਰਾਂ ਨੂੰ ਮੌਕਾ ਮਿਲਿਆ ਪੰਜਾਬ ਸਰਕਾਰਾਂ ਬਣਾਉਣ ਦਾ, 8-8 10-10 ਸਰਕਾਰਾਂ ਕਾਂਗਰਸ ਤੇ ਅਕਾਲੀ ਦਲ ਨੇ ਵਾਰੋ-ਵਾਰੀ ਬਣਾਈਆਂ। ਇਹ ਅੱਜ ਪੰਜਾਬ ਦੀ ਜਿਹੜੀ ਜੋ ਵੀ ਹਾਲਾਤ ਹੈ ਇਹਨਾਂ ਦੀ ਦੇਣ ਆ। ਵੈਦਰ ਇਟ ਇਜ਼ 2.5 ਲੱਖ ਕਰੋੜ ਦਾ ਕਰਜ਼ਾ, ਚਾਹੇ ਉਹ ਨਸ਼ਾ ਵਾ ਜਾਂ ਆਤਮ ਹੱਤਿਆ ਕਿਸਾਨਾਂ ਦੀਆਂ ਜਾਂ ਨੌਜਵਾਨਾਂ ਦਾ ਵਿਦੇਸ਼ਾਂ ਜਾਣਾ, ਇਹ ਦੇ ਕੈਨ ਨਾਟ ਐਸਕੇਪ ਰਿਸਪੌਂਸ। ਹੁਣ ਕੁਝ ਜ਼ਿੰਮੇਵਾਰੀ ਵੋਟਰ ਦੀ ਵੀ ਆ। ਵੋਟਰ ਵੀ ਤਾਂ ਪਹਿਚਾਣੇ ਨਾ ਕਿ ਮੈਂ ਵੋਟ ਕਿਹਨੂੰ ਪਾਉਣ ਚੱਲਿਆ ਵਾਂ। ਜੇ ਉਹੀ ਆਪ ਉਹਨਾਂ ਦਿਨਾਂ ਦੇ ਵਿੱਚ ਥੋੜ੍ਹੇ ਬਹੁਤੇ ਲਾਲਚ ਜਾਂ ਡਰ ਜਾਂ ਭੈ ਹੋ ਕੇ ਜਾਂ ਭੈਭੀਤ ਹੋ ਕੇ ਵੋਟ ਪਾਉਂਦਾ, ਦੈਨ ਫਿਰ ਆਪਾਂ ਕਿਸ ਨੂੰ ਹੋਰ ਬਲੇਮ ਕਰਾਂਗੇ? ਵੋਟਰ ਨੂੰ ਵੀ ਆਪਣੇ ਹਕੂਕ ਦੀ ਪਹਿਚਾਣ ਠੀਕ ਕਰਨੀ ਚਾਹੀਦੀ। ਤੇ ਜਿਹੜੇ ਬੰਦੇ 3-4 ਇਕੱਠੇ ਹੁੰਦੇ ਵੀ ਆ, ਜਿਹੜਾ ਤੀਜਾ ਮੋਰਚਾ ਕਹਿੰਦੇ ਬਣਾਉਣਾ, ਉਹ ਵੀ ਆਪਸ ਵਿੱਚ ਹੀ ਬਾਅਦ 'ਚ ਖਿੰਡ ਜਾਂਦੇ ਆ ਤੇ ਲੋਕ ਵੀ ਕੀ ਕਰਨ? ਇਸ ਵੇਲੇ ਕੀ ਚੱਲ ਰਿਹਾ? ਜਿਹੜਾ ਤੁਸੀਂ ਕਹਿ ਰਹੇ ਸੀ ਕਿ 2 ਮਹੀਨਿਆਂ ਵਿੱਚ ਕੋਈ ਖੇਤਰੀ ਪਾਰਟੀ ਆਊਗੀ, ਉਹਦਾ ਕੀ ਬਣਿਆ? ਠੀਕ ਆ, ਉਹਦੇ 'ਚ ਥੋੜ੍ਹਾ ਬਹੁਤਾ ਜਿਹੜਾ ਲਾਈਕ ਮਾਈਂਡਡ ਪਾਰਟੀਆਂ ਇਕੱਠੀਆਂ ਨਹੀਂ ਹੋ ਰਹੀਆਂ। ਜਦੋਂ ਇਹ ਤਿੱਤਰ ਬਿੱਤਰ ਹੁੰਦੀਆਂ ਨੇ ਉਹਦੇ 'ਚ ਲੋਕਾਂ ਦਾ ਮੋਰਲ ਡਾਊਨ ਹੁੰਦਾ। ਅਸੀਂ ਕਾਫੀ ਅਰਸੇ ਤੋਂ ਲੱਗੇ ਹੋਏ ਆ। ਇਹ ਕੰਮ ਸੁਖਾਲਾ ਨਹੀਂ ਨਾ ਹੈਗਾ। ਇਹਦੇ 'ਚ ਕੋਈ ਨਾ ਕੋਈ ਜਿਹੜੀ ਹਰ ਇੱਕ ਦਾ ਕੋਈ ਨਾ ਕੋਈ ਆਪਣਾ ਪਰਸਨਲ ਇੰਟਰਸਟ ਅੰਦਰ ਖਾਤੇ ਹੁੰਦਾ। ਉਸ ਇੰਟਰਸਟ ਨੂੰ ਦੇਖ ਕੇ ਉਹ ਥੋੜ੍ਹਾ ਹਲੇ ਦੁਚਿੱਤੀ 'ਚ ਰਹੀ ਜਾਂਦੇ ਨੇ ਕਿ ਕਰੀਏ ਕਿ ਨਾ ਕਰੀਏ। ਪਰ ਮੈਂ ਕਹਿ ਸਕਦਾ ਕਿ ਸਮਾਂ ਡੈਫੀਨੇਟਲੀ ਆਵੇਗਾ ਕਿ ਇੱਕ ਅੱਛਾ ਰੀਜਨਲ ਅਲਟਰਨੇਟਿਵ ਪੰਜਾਬ ਦੇ ਵਿੱਚ ਜਿਹਦੀ ਲੋੜ ਆ। ਨਵਜੋਤ ਸਿੰਘ ਸਿੱਧੂ ਜਾਂ ਉਹ ਪ੍ਰਗਟ ਸਿੰਘ ਵਰਗੇ, ਈਵਨ ਸਾਡੇ ਨਾਲ ਜਿਹੜੇ MLAs ਕੰਮ ਕਰ ਰਹੇ ਨੇ, ਡਾਕਟਰ ਗਾਂਧੀ ਹੈ, ਛੋਟੇਪੁਰ ਸਾਹਿਬ ਨੇ, ਚਲੋ ਢੀਂਡਸਾ ਸਾਹਿਬ ਨੇ ਪਾਰਟੀ ਬਣਾ ਲਈ ਜਾਂ ਕਿਸੇ ਨੇ ਵੀ ਪਾਰਟੀ ਬਣਾ ਲਈ। ਇਹ ਅਲਟੀਮੇਟਲੀ ਅਸੀਂ ਇੱਕ ਬੈਨਰ ਥੱਲੇ ਫਿਰ ਵੀ ਕੰਮ ਕਰ ਸਕਦੇ ਹਾਂ। ਸੋ ਮੇਰੀ ਤਾਂ ਕੋਸ਼ਿਸ਼ ਹਰ ਮੁਮਕਿਨ ਇਹ ਹੈ ਕਿ ਕਿਸੇ ਤਰੀਕੇ ਨਾਲ ਇੱਕ ਜੈਨੂਅਨ ਜਿਹਾ ਅਲਟਰਨੇਟਿਵ ਬਣਾਇਆ ਜਾ ਸਕੇ। ਖੇਤੀ ਆਰਡੀਨੈਂਸਾਂ ਦਾ ਵੀ ਤੁਸੀਂ ਵਿਰੋਧ ਕਰ ਰਹੇ ਹੋ, ਕੈਪਟਨ ਸਰਕਾਰ ਤੋਂ ਸੈਸ਼ਨ ਦੀ ਮੰਗ ਕਿਉਂ ਕਰ ਰਹੇ ਹੋ? ਕੈਪਟਨ ਸਰਕਾਰ ਤੋਂ ਇਸ ਲਈ ਮੰਗ ਕਰ ਰਹੇ ਕਿ ਕੈਪਟਨ ਸਰਕਾਰ ਐਵੇਂ ਜਾਖੜ ਸਾਹਿਬ ਜਾ ਕੇ ਥੱਲੇ ਧਰਨੇ ਮਾਰੀ ਜਾਂਦੇ ਆ। ਬਿਮਾਰੀ ਕਿਤੇ ਹੋਰ ਆ, ਇਲਾਜ ਕਿਤੇ ਹੋਰ ਲੱਭੀ ਜਾਂਦੇ ਆ। ਸਿੰਪਲ ਜੀ ਗੱਲ ਆ ਕਿ ਜੇ ਤੁਸੀਂ ਵਾਕਈ ਵਿਰੋਧ ਕਰਦੇ ਹੋ ਕਿ ਐਂਟੀ ਫਾਰਮਰ ਆ, ਐਂਟੀ ਪੰਜਾਬ ਆ, ਇੱਕ ਸੈਸ਼ਨ ਬੁਲਾਓ ਪੰਜਾਬ ਦਾ, ਉੱਥੇ ਬਹਿਸ ਕਰਾਓ, ਨਾਲੇ ਅਕਾਲੀ ਬੇਨਕਾਬ ਹੋ ਜਾਣਗੇ। ਪਤਾ ਲੱਗ ਜੂ ਅਕਾਲੀਆਂ ਦਾ ਉਹ ਪੰਜਾਬ ਦੇ ਲੋਕਾਂ ਨਾਲ ਖੜਦੇ ਨੇ ਕਿ ਹਰਸਿਮਰਤ ਕੌਰ ਜੀ ਮੋਦੀ ਸਾਹਿਬ ਦੇ ਨਾਲ ਖੜਦੇ ਆ। ਇਸ ਲਈ ਅਸੀਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮੰਗ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਉਹਨਾਂ ਨੇ ਫਿਰ ਕਿਹਾ ਹੈਗਾ। ਹਾਂ, ਤੇ ਚਲੋ ਹੁਣ ਉਹਨਾਂ ਨੇ ਕਹਿਣ ਦਾ ਉਹਨਾਂ ਨੂੰ ਅਧਿਕਾਰ ਹੈਗਾ, ਪਰ ਅਕਾਲੀਆਂ ਦੇ ਕੋਲ ਨਾ ਪ੍ਰੋਬਲਮ ਆ ਰਹੀ ਆ ਕਿ ਜੋ ਵੀ ਉਹ ਗੱਲ ਕਹਿੰਦੇ ਨੇ ਨਾ, ਉਹ ਜਦੋਂ ਸ਼ੀਸ਼ਾ ਰੱਖ ਕੇ ਸਾਹਮਣੇ ਦੇਖਦੇ ਤੇ ਉਹਨਾਂ ਨੂੰ ਆਪਣਾ ਚਿਹਰਾ ਨਜ਼ਰ ਆਉਂਦਾ। ਅੱਜ ਜੇ ਉਹ ਕਹਿੰਦੇ ਆ ਜੀ ਕਿ ਸ਼ਰਾਬ ਮਾਫੀਆ ਨਾਲ ਮੌਤਾਂ ਹੋਈਆਂ, ਤੇ ਉਹ ਦੇਖਦੇ ਕਿ ਇਹ ਤਾਂ ਸਾਡੇ ਵੇਲੇ ਵੀ ਸੀਗਾ। ਜਦੋਂ ਉਹ ਦੇਖਦੇ ਕਿ ਨਸ਼ੇ ਦਾ ਮਾਫੀਆ, ਉਹ ਕਹਿੰਦੇ ਤਾਂ ਸਾਡੇ ਵੇਲੇ ਵੀ ਸੀਗਾ। ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ, ਹਰ ਗੱਲ ਵਿੱਚ ਉਹ ਗੁਨਾਹਗਾਰ ਨੇ। ਜਾਂ ਤਾਂ ਜਦੋਂ ਇਹਨਾਂ ਨੇ ਰਾਜ ਕੀਤਾ ਸੀਗਾ, ਜਾਂ ਉਦੋਂ ਅਹਿਸਾਸ ਕਰਦੇ ਕਿ ਅਸੀਂ
ਬਾਅਦ ਵਿੱਚ ਵੀ ਲੋਕਾਂ ਨੂੰ ਜਵਾਬ ਦੇ। ਉਦੋਂ ਇਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਰਾਜ ਸਾਡਾ ਕਦੇ ਖਤਮ ਨਹੀਂ ਹੋਣਾ, ਇਹ ਰਾਜ ਤਾਂ 25 ਸਾਲ ਚੱਲੇਗਾ। ਹੁਣ ਅੰਦਰੋਂ ਪਛਤਾ ਰਹੇ ਨੇ ਬਹੁਤ, ਪਰ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ। ਹੁਣ ਉਹ ਤਾਂ ਕਨਫਿਊਜ਼ਡ ਨੇ। ਔਰ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਨਾ ਸੁਖਬੀਰ ਬਾਦਲ ਐਂਡ ਕੰਪਨੀ ਦਾ, ਇਹ ਅਸਲ ਪੰਥਕ ਆਈਡੀਓਲੋਜੀ ਤੋਂ ਭਟਕ ਚੁੱਕੇ ਨੇ। ਇਹ ਜਿਹੜਾ ਅਕਾਲੀ ਦਲ ਘੱਟ ਗਿਣਤੀਆਂ ਲਈ ਖੜਾ ਸੀ ਜਾਂ ਫੈਡਰਲ ਢਾਂਚੇ ਲਈ ਖੜਾ ਸੀ, ਇਹਨਾਂ ਨੇ ਜੰਮੂ ਕਸ਼ਮੀਰ ਦੇ 2 ਟੋਟਿਆਂ ਦੇ ਤਾਂ ਵੋਟ ਪਾਈ ਆ, ਆਰਡੀਨੈਂਸਾਂ ਦੇ ਵਿੱਚ ਵੋਟ ਪਾਈ ਆ ਯੂਆਪਾ ਨੂੰ ਵੋਟ ਪਾਈ ਹੈ, ਹੋਰ ਤਾਂ ਹੋਰ। ਜੇ ਇਹਨਾਂ ਨੂੰ ਇਸ ਗੱਲ ਦਾ ਹੀ ਨਹੀਂ ਅਹਿਸਾਸ, that means probably Sukhbir Badal does not know what actual Akali Dal ideology stands for. ਲਾਸਟ ਸਵਾਲ ਹੈ ਮੇਰਾ, ਆਮ ਆਦਮੀ ਪਾਰਟੀ ਨੇ ਆਪਣਾ ਢਾਂਚਾ ਭੰਗ ਕਰਤਾ ਪੰਜਾਬ 'ਚ, ਕਿਵੇਂ ਦੇਖਦੇ ਫੈਸਲੇ ਨੂੰ? ਉਹ ਤਾਂ ਕਈ ਵਾਰੀ ਕਰ ਚੁੱਕੇ ਜੀ, ਕੋਈ ਨਵੀਂ ਗੱਲ ਤਾਂ ਨਹੀਂ ਕੀਤੀ ਉਹਨਾਂ ਨੇ। ਨਾਲੇ ਮੈਂ ਇਹ ਗੱਲ ਸਭ ਤੋਂ ਹੈਰਾਨਗੀ ਹੁੰਦੀ ਕਿ ਇੱਕ ਪਾਸੇ ਕੇਜਰੀਵਾਲ ਸਾਹਿਬ ਦੀ ਪਾਰਟੀ ਕਹਿੰਦੀ ਕਿ ਅਸੀਂ ਤਾਂ ਆਪਣੀ ਰਾਜਨੀਤੀ ਕਰਨ ਨਹੀਂ, ਅਸੀਂ ਵਿਵਸਥਾ ਪਰਿਵਰਤਨ ਕਰਨ ਆਏ ਹਾਂ, ਅਸੀਂ ਇੱਕ ਅਲੱਗ ਟਾਈਪ ਦੀ ਪਾਰਟੀ, ਜਮਹੂਰੀ ਪਾਰਟੀ ਬਣਾਵਾਂਗੇ। ਤੇ ਬਾਕੀ ਪਾਰਟੀਆਂ ਭਾਵੇਂ ਕੁਝ ਵੀ ਆ, ਝੂਠੀਆਂ ਸੱਚੀਆਂ ਚੋਣਾਂ ਕਰਾਉਂਦੇ ਨੇ। ਇਹਨਾਂ ਨੂੰ ਪੁੱਛੋ ਕਦੀ ਚੋਣ ਕਰਾਈ ਆ? ਕੋਈ ਜ਼ਿਲ੍ਹਾ ਪੱਧਰੀ ਚੋਣ, ਕੋਈ ਸੂਬਾ ਪੱਧਰੀ ਪ੍ਰਧਾਨ ਦੀ ਚੋਣ, ਕੋਈ ਡੈਲੀਗੇਟ ਕਦੀ ਚੁਣੇ ਨੇ? ਆਪੇ ਢਾ ਲੈਂਦੇ ਨੇ, ਆਪੇ ਬਣਾ ਲੈਂਦੇ ਨੇ। ਸੋ ਦੈਟ ਇਰੈਲੇਵੈਂਟ ਜਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਨ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਰੱਖੀ ਹੈ। ਖੇਤੀ ਆਰਡੀਨੈਂਸਾਂ ਤੇ ਅਕਾਲੀ ਦਲ ਨੂੰ ਘੇਰਦੇ ਦਿਖਾਈ ਦਿੰਦੇ ਨੇ, ਕਾਂਗਰਸ ਪਾਰਟੀ ਨੂੰ ਘੇਰਦੇ ਦਿਖਾਈ ਦਿੰਦੇ ਨੇ, ਸ਼ਰਾਬ ਕਾਂਡ ਤੇ ਸਿੱਧੇ ਤੌਰ ਤੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਪੰਜਾਬ ਦੇ ਵਿੱਚ ਤੀਜਾ ਬਦਲ ਬਣਾਉਣ ਦੀਆਂ ਗੱਲਾਂ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੀਤੀਆਂ ਗਈਆਂ ਨੇ। ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ। ਮੇਰਾ YouTube ਚੈਨਲ ਹੈ ਜਿਸ ਦਾ ਨਾਮ ਸੋਸ਼ਲ ਵਰਕਰ ਡਿੰਪਲ ਹੈ। ਇਸ ਵਿੱਚ ਮੈਂ ਬਹੁਤ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹਾਂ। ਜੇ ਤੁਸੀਂ ਵੀ ਲੋੜਵੰਦ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਸੋਸ਼ਲ ਵਰਕਰ ਡਿੰਪਲ ਨੂੰ ਜ਼ਰੂਰ ਦੇਖੋ।